अस्सलाम वालेकुम वरहमतुल्लाहि वबरकातुहू। वेलकम टू माय यूट्यूब चैनल अंसर नवाज़ व्लॉग्स। उम्मीद करता हूँ आप सब खैर वफीयत से होंगे। ਅੱਜ ਦਾ ਛੋਟਾ ਜਿਹਾ ਵਲੌਗ ਸਾਡਾ ਪਿਛਲੇ ਕੁਝ ਦਿਨਾਂ ਦੇ ਬਾਰੇ। ਅਸਾਂ ਇੱਥੋਂ ਛੁੱਟੀ ਗਏ ਸਾਂ ਜੀ 14 ਤਰੀਕ ਨੂੰ 14 ਦਸੰਬਰ ਨੂੰ ਘਰ। ਇੱਥੇ ਹੀ ਜਿੱਥੇ ਕੰਮ ਕਰਨਾ ਬੇਕਰੀ ਵਿੱਚ ਉੱਥੇ ਕਾਰਖਾਨੇ 'ਚੋਂ ਬਸ ਗਿਰਿਆ ਸਾਂ ਸੀੜੀਆਂ ਤੋਂ। ਬਸ ਆਪਣੀ ਗਲਤੀ ਹੈ, ਉਹ ਪੈਰ ਸਲਿੱਪ ਹੋਇਆ ਤੇ ਪੈਰ ਬਿਲਕੁਲ ਉਲਟਾ ਹੋ ਗਿਆ, ਜਿਹਦੀ ਵਜ੍ਹਾ ਨਾਲ ਉਹ ਮਾਸ ਫਟ ਗਿਆ ਬੁਰੀ ਤਰ੍ਹਾਂ, ਜਿਹੜਾ ਹਾਲੇ ਤੱਕ ਠੀਕ ਨਹੀਂ ਹੋਇਆ। ਬਸ ਫਿਰ ਇੱਥੇ ਹੀ 2 ਦਿਨ ਆਰਾਮ ਕੀਤਾ ਤੇ ਫਿਰ ਇੱਥੇ ਮੈਂ ਕਿਹਾ ਚਲੋ ਘਰ ਚੱਲਦੇ ਹਾਂ। ਛੋਟੇ ਭਰਾ ਨਾਲ ਜਿਹੜੇ G8 ਮਰਕਜ਼ ਹੁੰਦੇ ਨੇ, ਕੰਮ ਸਿੱਖ ਰਹੇ ਨੇ ਕਾਰਾਂ ਦਾ, ਉਹਨਾਂ ਨੂੰ ਨਾਲ ਲਿਆ। ਨਾਲ ਲੈ ਕਰਕੇ ਤੇ ਬਸ ਸਿੱਧੇ ਘਰ। ਫਿਰ ਉਦੋਂ ਵਾਪਸੀ ਹੋਈ ਹੈ ਪਹਿਲੀ ਨੂੰ 1 ਜਨਵਰੀ। ਉਹ ਵੀ ਰਾਤ ਨੂੰ ਚੁੰਨੂ ਤਕਰੀਬਨ ਨਿਕਲਿਆ ਸੀ 10:30 ਵਜੇ ਤੇ ਸਵੇਰ 5 ਵਜੇ ਇੱਥੇ ਆਪਣੇ ਕਮਰੇ ਵਿੱਚ। ਤੇ ਇਹਨਾਂ ਦਿਨਾਂ ਦੇ ਪਿੱਛੇ ਉੱਥੇ ਇਹ ਕਿ ਥੋੜ੍ਹਾ ਬਹੁਤ ਚੱਲਣ ਹੋ ਜਾਂਦਾ ਸੀ ਤੇ ਬਾਕੀ ਉਹ ਬਹਿਣ 'ਚ ਮਸਲਾ ਹੁੰਦਾ ਸੀ ਪੈਰ ਦਾ। ਤੇ ਉਸ ਦੌਰਾਨ ਬਸ ਕਾਫੀ ਕੁਝ ਅੱਗੇ ਪਿੱਛੇ ਸਫ਼ਰ ਵੀ ਹੋਏ ਨੇ, ਜਿਹਦੇ ਵਿੱਚ 2-3 ਦਫਾ ਤੇ ਜੰਗ ਜਾਣਾ ਹੋਇਆ। ਉਸਤਾਦ ਮਾਰ ਹਯਾਤ ਮਿਆਂਗਿਆਣਾ ਸਾਹਿਬ ਕੋਲ ਨਿਹਾਇਤ ਹੀ ਅੱਛੇ ਇਨਸਾਨ ਨੇ, ਜਿਤਨੀ ਉਹਨਾਂ ਦੀ ਤਾਰੀਫ ਕਰ ਲਓ ਉਤਨੀ ਘੱਟ ਹੈ। ਬਸ ਅੱਲਾ ਦੀ ਜ਼ਾਤ ਉਹਨਾਂ ਨੂੰ ਸਲਾਮਤ ਰੱਖੇ ਤੇ ਉਹਨਾਂ ਨੂੰ ਕਾਮਯਾਬੀਆਂ ਦੇਵੇ, ਦਿਨ ਦੁਗਣੀ ਰਾਤ ਚੁਗਣੀ। ਤੇ ਉਸ ਤੋਂ ਇਲਾਵਾ ਪਹਿਲੀ ਦਫਾ ਜਾਣ ਹੋਇਆ ਸੀ ਸਾਡਾ ਲਈਏ ਸ਼ਹਿਰ। ਉਹ ਵੀ ਉਹਦੇ ਕੋਈ ਦੁਆ ਸੀ। ਮਾਰ ਹਨੀਫ ਸਾਹਿਬ ਸਨ ਜਿਹੜੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਅੱਲਾਹ ਪਾਕ ਉਹਨਾਂ ਨੂੰ ਜੰਨਤ ਵਿੱਚ ਆਲਾ ਮਕਾਮ ਅਤਾ ਫਰਮਾਏ। ਉਹਨਾਂ ਦੇ ਪਿੱਛੇ ਸਾਹਿਬਜ਼ਾਦੇ ਨੇ, ਇੱਕ ਜਹਾਂਗੀਰ ਨੇ ਤੇ ਦੂਸਰੇ ਦਾ ਨਾਂ ਫਿਲਹਾਲ ਜ਼ਹਿਨ 'ਤੇ ਨਹੀਂ ਆ ਰਿਹਾ। ਉਹ ਵੀ ਵਕਾਲਤ ਦਾ ਕੰਮ ਕਰਦੇ ਨੇ, ਬੜੇ ਅੱਛੇ ਇਨਸਾਨ ਨੇ ਮਾਸ਼ਾਅੱਲਾ। ਅੱਲਾਹ ਪਾਕ ਉਹਨਾਂ ਨੂੰ ਵੀ ਕਾਮਯਾਬੀ ਦੇਵੇ। ਤੇ ਬਸ ਇਹ ਟੁਰ ਫੇਰਾ ਤੇ ਬਾਕੀ ਹੋਈ ਨਾਲ ਘਰ ਦੇ ਕੰਮ ਵਗੈਰਾ। ਤੇ ਇਹ ਗੱਲਾਂ ਸਾਰੀਆਂ ਇਸ ਤੋਂ ਕਰ ਰਿਹਾ ਕਿ ਨਾਲ ਉਹ ਜਿਹੜੇ ਕੁੱਤਿਆਂ ਦੀ ਵੀਡੀਓ ਬਣੀਆਂ ਨੇ, ਉਹ ਵੀ ਸਾਰੀਆਂ ਉਦੋਂ ਦੀਆਂ ਘਰ ਦੀਆਂ ਬਣੀਆਂ ਹੋਈਆਂ ਨੇ, ਜਿਹੜੀਆਂ ਹੁਣ ਸ਼ਾਰਟਸ ਦੇ ਵਿੱਚ ਉਹ ਪਲੇ ਹੋ ਰਹੀਆਂ ਨੇ। ਜਿਹੜੀਆਂ ਖੁਦੀਆਂ ਨੇ ਉਹ ਸਾਡਾ 200-250 ਤੇ ਰੁਕ ਜਾਂਦੀ ਹੈ। ਕੁੱਤੇ ਵਾਲੀ ਵੀਡੀਓ ਪਹਿਲੀ ਵੀਡੀਓ 1400 ਦਫਾ ਪਲੇ ਹੋ ਚੁੱਕੀ ਹੈ, ਦੂਸਰੀ ਦਫਾ 800 ਦਫਾ ਪਲੇ, ਦੂਸਰੀ ਵੀਡੀਓ 800 ਦਫਾ ਪਲੇ ਹੋ ਚੁੱਕੀ ਹੈ। ਤੇ ਉਹ ਇਸ ਵਾਸਤੇ ਸਾਰਾ ਦੱਸ ਰਿਹਾ ਸਾਂ ਕਿ ਬਸ ਇਹ ਵਿੱਚ ਕੋਈ ਵੀ ਇੱਕ ਦਿਨ ਕਰ ਰਹੇ ਹਾਂ ਸਿਰਫ ਉਹ ਪੈਰ ਦੀ ਵਜ੍ਹਾ ਤੋਂ, ਕਿ ਉਹ ਥੱਲੇ ਪੈਰ ਨਾ ਹੁਣ ਵੀ ਨਹੀਂ, ਉਹ ਥੱਲੇ ਨਹੀਂ ਮੁੜਦਾ, ਨਾ ਹੀ ਉਸ ਤਰ੍ਹਾਂ ਚੌਕੀ ਮਾਰ ਕੇ ਬੈਠਾ ਜਾਂਦਾ ਤੇ ਨਾ ਹੀ ਨਮਾਜ਼ ਦੀ ਹਾਲਤ ਵਿੱਚ ਵੀ ਉਹ ਵੈਸੇ ਹੀ ਬਹਿ ਕੇ ਪੜ੍ਹਨੀ ਆਉਂਦੀ ਹੈ। ਤੇ ਹੁਣ ਸਰਦੀਆਂ ਖ਼ਤਮ ਹੋ ਸੀ ਤੇ ਇਹ ਪੈਰ ਦਾ ਦਰਦ ਵੀ ਜਾਏਗਾ। ਵੈਸੇ ਤਾਂ ਮੈਨੂੰ ਲੱਗਦਾ ਕਿ ਇਹ ਫਿਲਹਾਲ ਕੋਈ ਨਹੀਂ ਪਿਆ ਉਸ ਤਰ੍ਹਾਂ ਠੀਕ ਹੁੰਦਾ। ਰੋਜ਼ ਗਰਮ ਪੱਟੀ ਵੀ ਉੱਪਰ ਮਾਰੋ, ਨਾਲ ਨਮਕ ਦੀ ਟਕੋਰ ਕਰੋ ਤੇ ਫਲਾਣਾ ਕਰੋ, ਇਹ ਕਰੋ। ਤੇ ਬਸ ਬਾਕੀ ਪਿੱਛਾਂ ਪਿੰਡ ਦਾ ਇੱਕ ਜਾ ਕਰਕੇ ਇੱਕ ਖੁਸ਼ੀ ਵੀ ਅਲੱਗ ਹੁੰਦੀ ਹੈ। ਇੱਥੋਂ ਬਸ ਸਾਨੂੰ ਛੁੱਟੀ ਮਿਲੀ ਨਾ ਤੇ ਬਾਹਰ ਜੋ ਮਰਜ਼ੀ ਹੋ, ਬਰਫ਼ਬਾਰੀ ਹੋ, ਸਾਰਾ ਯਾਲਾਬਾਰੀ ਹੋ ਰਹੀ ਹੋਵੇ ਨਾ, ਫੁੱਲ ਬਾਰਿਸ਼, ਤਾਂ ਬੈਗ ਮੋਢੇ 'ਤੇ ਹੀ ਹੁੰਦਾ ਹੈ। ਜਿਵੇਂ ਆ ਕਿ ਨਾ ਤੇਲ ਹਾਲੇ ਕਦੀ ਨਹੀਂ ਰੁਕਿਆ, ਉਹ ਜਾਂਦਾ ਹੀ ਜਾਂਦਾ। ਉਦੋਂ ਆਉਣ ਲੱਗੇ ਜ਼ਰੀਏ ਮੌਸਮ ਖਰਾਬ ਹੋ ਗਿਆ, ਮੌਸਮ ਖਰਾਬ ਹੈ ਅਸੀਂ ਨਹੀਂ ਆ ਸਕਦੇ। ਤੇ ਉਸ ਟਾਈਮ ਸਾਡੇ ਨੈਕ ਵੀ ਕਹਿੰਦੇ ਨੇ ਕਿ ਯਕੂ ਇਦੋਂ ਜਾਣ ਲੱਗਿਆ ਤੁਹਾਨੂੰ ਕੁਝ ਵੀ ਨਹੀਂ ਹੁੰਦਾ, ਤੁਸੀਂ ਨਾ ਬਾਰਿਸ਼ ਨਾ ਕੁਝ ਵੀ ਨਹੀਂ ਦੇਖਦੇ, ਐ ਧੁੰਦ ਇਹ ਉਹ ਚਲੇ ਜਾਂਦੇ। ਤੇ ਉਦੋਂ ਆਉਣ ਲੱਗਿਆ ਤੁਹਾਨੂੰ ਇੱਕ ਇੱਕ ਛੋਟੀ ਛੋਟੀ ਚੀਜ਼ ਨਜ਼ਰ ਆ ਰਹੀ ਹੁੰਦੀ ਹੈ। ਖੈਰ ਇਸ ਦਫਾ ਦੀ ਛੁੱਟੀਆਂ ਵੀ ਵੈਸੇ ਉਹ ਜਿੱਥੇ 3 ਮਹੀਨੇ ਬਾਅਦ ਅਸੀਂ 6-7 ਦਿਨ ਘਰ ਗੁਜ਼ਾਰਨੇ ਹੁੰਦੇ ਸੀ, ਉੱਥੇ ਬਸ ਪੈਰ ਦੀ ਵਜ੍ਹਾ ਤੋਂ ਪਹਿਲੀ ਦਫਾ ਤਕਰੀਬਨ 11 ਸਾਲ ਹੋ ਗਏ ਨੇ ਇਸ ਜੋਬ ਨੂੰ। ਤੇ 11 ਸਾਲ ਦੇ ਵਿੱਚ ਇੱਕ ਈਦ ਵੀ ਘਰ ਨਹੀਂ ਕੀਤੀ ਆਪਣਿਆਂ ਦੇ ਨਾਲ। ਸਾਡੀ ਫੀਲਡ ਐਸੀ ਹੈ ਕਿ ਈਦਾਂ ਦੇ ਕੰਮ ਜ਼ਿਆਦਾ ਹੁੰਦਾ ਹੈ ਬੇਕਰੀ ਦਾ। ਤੇ ਬਸ 20-21 ਦਿਨ ਘਰ ਗੁਜ਼ਾਰੇ ਨੇ ਤੇ ਖੂਬਸੂਰਤ ਲਮਹਾਤ ਸਨ। ਘਰ ਦੀਆਂ ਗੱਲਾਂ ਹੀ ਹੋਰ ਨੇ, ਉਹ ਤੇ ਜਿਹੜੇ ਘਰ ਹੁਣ ਘਰਾਂ ਤੋਂ ਬਾਹਰ ਨੇ ਪਰਦੇਸ 'ਚ ਉਹੀ ਦੱਸ ਸਕਦੇ ਨੇ। ਬਸ ਬਾਕੀ ਅੱਲਾ ਦੀ ਜ਼ਾਤ ਹਲਾਲ ਰਿਜ਼ਕ ਕਮਾਉਣ ਤੇ ਖਾਣ ਦੀ ਤੌਫੀਕ ਦੇਵੇ, ਹਰਾਮ ਤੋਂ ਬਚਾਏ। ਤੇ ਆਪਣੇ ਵੀ ਕੋਸ਼ਿਸ਼ ਵਿੱਚ ਹਾਂ ਕਿ ਕੁਝ ਕੋਈ ਅੱਛਾ ਜਿਹਾ ਵੀਜ਼ਾ ਮਿਲ ਜਾਏ ਤੇ ਬਾਹਰ ਲਈ। ਛੋਟਾ ਭਰਾ ਇੱਕ ਪਹਿਲੇ ਬਾਹਰ ਜਾ ਚੁੱਕਾ ਹੈ ਸਾਊਦੀਆ, ਉਹਦੇ 3 ਮੰਥ ਐਂਡ ਹੋ ਗਏ ਨੇ, ਚੌਥਾ ਮੰਥ ਉਹਦਾ ਸਟਾਰਟ ਹੈ ਜ਼ੇਬ ਦਾ। ਤੇ ਹੋਰ ਸਾਡੇ ਫਿਰ ਪਿੱਛੇ ਸਾਰਿਆਂ ਤੋਂ ਛੋਟੇ ਨੇ ਸਾਹਿਬਜ਼ਾਦੇ, ਜਿਹੜੇ ਨਾਮੀ 'ਚ ਛੋੜ ਗਿਆ ਸੀ, ਜਿਨ੍ਹਾਂ ਨੂੰ ਪ੍ਰਾਈਵੇਟ ਪੜ੍ਹਾ ਕਰਕੇ ਸਾਰਾ ਕੁਝ ਉਹਨਾਂ 'ਤੇ ਕਰਕੇ ਤੇ ਐਂਡ ਟਾਈਮ ਉਹਨਾਂ ਨੇ ਕਿਹਾ ਭਰਾਵਾ ਮੇਰੇ ਵੱਸੋਂ ਇਹ ਗੱਲ ਬਾਹਰ ਹੈ, ਮੇਰੇ ਕੋਲ ਨਹੀਂ ਪੜ੍ਹਨ ਆਉਂਦਾ। ਠੀਕ ਹੈ ਜੀ ਫਿਰ ਆ ਜਾਓ।
ਨਹੀਂ ਪੜ੍ਹਨਾ ਤਾਂ ਫਿਰ ਕੋਈ ਨਾ ਕੋਈ ਹੁਨਰ ਤਾਂ ਹੋਣਾ ਜ਼ਰੂਰੀ ਹੈ। ਸਾਨੂੰ ਵੀ ਉਸ ਲਈ ਕਿਸੇ ਮਤ ਨਾ ਦਿੱਤੀ, ਸਿੱਧੀ ਰਾਹ ਨਾ ਦੱਸੀ, ਤੇ ਅਸੀਂ ਵੀ ਬਸ ਲੱਗੇ ਹੋਏ ਸਾਂ ਆਪਣੇ ਉਹੀ ਬੇਕਰੀ ਦੀ ਫੀਲਡ ਵਿੱਚ। ਹਾਲਾਂਕਿ ਸਾਡੇ ਕੋਲ ਕੋਈ ਹੁਨਰ ਨਹੀਂ, ਸਾਨੂੰ ਜਿਸ ਟਾਈਮ ਅਗਲੇ ਚਾਹਣ ਸਾਨੂੰ ਕਰ ਸਕਦੇ ਨੇ, ਕੱਢ ਸਕਦੇ ਨੇ, ਸਾਰਾ ਕੁਝ ਕਰ ਸਕਦੇ ਨੇ। ਬਸ ਫਿਰ ਉਹ ਹੁਣ ਆਟੋ ਗੱਡੀਆਂ ਨੇ ਉਹਨਾਂ ਦੇ ਵਰਕਸ਼ਾਪ ਵਿੱਚ, ਉਹਨਾਂ ਨੂੰ ਵੀ ਸਾਲ 1 ਸਾਲ ਤੇ 1 ਮਹੀਨਾ ਹੋ ਚਲਿਆ ਕੰਮ ਸਿੱਖਦੇ ਨੂੰ। ਮਾਸ਼ਾਅੱਲਾ ਹੁਣ ਅੱਛੇ ਖਾਸੇ ਇਸ ਟਾਈਮ ਸਿੱਖ ਚੁੱਕੇ ਨੇ। ਬਸ ਅੱਲਾ ਦੀ ਜ਼ਾਤ ਉਹਨਾਂ ਨੂੰ ਵੀ ਸਿਹਤ ਦੇਵੇ, ਤੰਦਰੁਸਤੀ ਦੇਵੇ। ਤੇ ਬਾਕੀ ਬਸ ਪਿੱਛੇ 2-3 ਦਫਾ ਜੰਗ ਚੱਕਰ ਲੱਗੇ ਨੇ, ਤੇ ਇੱਕ ਚੱਕਰ ਲਈਏ ਤਾਂ ਲੱਗਾ, ਨਿਹਾਇਤ ਹੀ ਅੱਛੇ ਲੋਕ ਨੇ। ਪਹਿਲੀ ਦਫਾ ਉੱਧਰ ਜਾਣਾ ਹੋਇਆ, ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ, ਦਿਲ ਖੁਸ਼ ਹੋ ਗਿਆ ਉਹਨਾਂ ਲੋਕਾਂ ਨੂੰ ਮਿਲ ਕੇ। ਬਾਹਰ ਦੇ ਲੋਕ ਕਿਉਂ ਇਤਨੀ ਜ਼ਿਆਦਾ ਇੱਜ਼ਤ ਕਰਦੇ ਨੇ ਆਪਣੇ ਨਾਲੋਂ? ਆਪਣੇ ਦੀ ਤਾਂ ਮੁਨਾਫਕਤ ਹੀ ਨਹੀਂ ਖਤਮ ਹੁੰਦੀ, ਜਿਤਨਾ ਮਰਜ਼ੀ ਜੋ ਮਰਜ਼ੀ ਇਹਨਾਂ ਦੇ ਨਾਲ ਕਰ ਲਓ, ਪਤਾ ਨਹੀਂ ਸਮਝੇਂਦੇ ਹੀ ਕਿ ਨੇ। ਖੈਰ ਸਾਨੂੰ ਕਿਹੜੇ ਕਿਸੇ ਨਾਲ ਮਤਲਬ ਨਹੀਂ ਹੈ, ਜੋ ਮਰਜ਼ੀ ਸਮਝਣ। ਆਪਣੇ ਕੋਲ ਜੋ ਹੁੰਦਾ, ਜਿਤਨਾ ਹੁੰਦਾ ਉਹਨਾਂ ਦਾ ਕਰ ਦੇਈਦਾ। ਬਾਕੀ ਅੱਲਾ ਦੀ ਜ਼ਾਤ ਵੀ ਵਹਿੰਦੀ ਹੈ। ਤੇ ਬਸ ਇਹਦੇ ਵਿੱਚ ਇਹੀ ਗੱਲਾਂ ਸਨ। ਬਾਕੀ ਕੋਈ ਵੀਡੀਓ ਵਗੈਰਾ ਵਿੱਚ ਸ਼ਾਰਟਸ ਅਪਲੋਡ ਕੀਤੀਆਂ ਗਈਆਂ ਨੇ। ਇੱਕ ਸਕੂਨ ਹੀ ਵੱਖਰਾ ਪਿੰਡ ਦਾ, ਹਰ ਚੀਜ਼ ਸੁਬਹ ਦੀ ਉਹ ਤਾਜ਼ੀ ਠੰਡੀ ਹਵਾ ਦਰਖਤਾਂ ਦੀ ਹੈ, ਉਹ ਸਾਰਾ ਇੱਥੇ ਤੋਂ ਸਾ ਕੇ ਦੂਰ ਦੂਰ ਤੱਕ ਉਹ ਵੀ ਆਲੂਦਗੀ ਸਾਰੀ, ਉਹ ਵੀ ਸਾਰਾ ਕੁਝ। ਬਾਕੀ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਤੇ ਤੁਸੀਂ ਸਾਰਿਆਂ ਨਾਲ ਗੁਜ਼ਾਰਿਸ਼ ਹੈ ਸਪੋਰਟ ਲਈ ਮੇਰਾ YouTube ਚੈਨਲ ਅਨਸਰ ਨਵਾਜ਼ ਵਲੌਗਸ ਜ਼ਰੂਰ ਸਬਸਕ੍ਰਾइब करें ਤੇ ਦਬ ਕੇ ਸਪੋਰਟ ਕरें। ਬਾਕੀ ਇਨਸ਼ਾਅੱਲਾ ਤੁਹਾਡਾ ਸਾਥ ਨਾਲ ਸਾਰਾ ਕੁਝ ਮੁਮਕਿਨ ਹੋਏਗਾ। ਬੜੀ ਮਿਹਰਬਾਨੀ ਸਾਰਿਆਂ ਦੀ।